ਵੈਲਕਮ ਟੂ ਪੰਜਾਬ ਐਗਜ਼ਾਮ ਥਿਊਰੀ ਦੇ ਚੈਨਲ ਕੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਇੱਕ ਬਹੁਤ ਹੀ ਖਾਸ ਟੌਪਿਕ ਬਾਰੇ ਜੋ ਹੈ ਇੰਡੀਆਜ਼ 2027 ਸੈਂਸਸ ਯਾਨੀ ਭਾਰਤ ਦੀ ਆਉਣ ਵਾਲੀ ਮਰਦਮਸ਼ੁਮਾਰੀ। ਇਹ ਆਉਣ ਵਾਲੇ ਕੰਪੀਟੀਟਿਵ ਐਗਜ਼ਾਮਸ ਲਈ ਇੱਕ ਬਹੁਤ ਹੀ ਕੰਪਰੀਹੈਂਸਿਵ ਅਤੇ ਬਾਇਲਿੰਗੁਅਲ ਸਟੱਡੀ ਗਾਈਡ ਹੋਣ ਵਾਲੀ ਹੈ। ਸੋ ਆਪਣਾ ਪੂਰਾ ਧਿਆਨ ਇੱਥੇ ਰੱਖਿਓ ਕਿਉਂਕਿ ਇਹ ਸਿਰਫ ਕੁਝ ਅੰਕੜਿਆਂ ਦੀ ਖੇਡ ਨਹੀਂ ਹੈ ਬਲਕਿ ਇਹ ਸਾਡੇ ਦੇਸ਼ ਦੇ ਫਿਊਚਰ ਦਾ ਪੂਰਾ ਨਕਸ਼ਾ ਹੈ। ਅੱਜ ਦੇ ਇਸ ਐਕਸਪਲੇਨਰ ਦਾ ਰੋਡ ਮੈਪ ਬਿਲਕੁਲ ਕਲੀਅਰ ਹੈ। ਆਪਾਂ ਬਿਲਕੁਲ ਬੇਸਿਕਸ ਤੋਂ ਸ਼ੁਰੂ ਕਰਾਂਗੇ। ਪਹਿਲਾਂ ਹਿਸਟਰੀ ਦੇਖਾਂਗੇ, ਫਿਰ ਕਨਸਟੀਟਿਊਸ਼ਨ ਕੀ ਕਹਿੰਦਾ ਹੈ, ਉਸ ਤੋਂ ਬਾਅਦ 2027 ਦੀਆਂ ਨਵੀਆਂ ਹਾਈਲਾਈਟਸ, ਫਿਰ ਫਿਜ਼ਿਕਸ ਅਤੇ ਐਂਡ ਵਿੱਚ ਐਡਮਿਨਿਸਟ੍ਰੇਸ਼ਨ ਐਂਡ ਸਿੰਬਲਸ। ਇਹ ਹਿਸਟੋਰੀਕਲ ਕੰਟੈਕਸਟ ਸਮਝਣਾ ਬਹੁਤ ਜ਼ਰੂਰੀ ਹੈ ਤਾਂ ਹੀ ਆਪਾਂ ਮਾਡਰਨ ਹਾਈਲਾਈਟਸ ਨੂੰ ਐਗਜ਼ਾਮਸ ਲਈ ਚੰਗੀ ਤਰ੍ਹਾਂ ਯਾਦ ਰੱਖ ਪਾਵਾਂਗੇ। ਓਕੇ, ਲੈਟਸ ਡਾਈਵ ਇਨਟੂ ਦਿਸ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਰਤੀ ਮਰਦਮਸ਼ੁਮਾਰੀ ਦੇ ਇਤਿਹਾਸ ਦੀ। ਜੇਕਰ ਆਪਾਂ ਫਾਊਂਡੇਸ਼ਨਲ ਸਟਾਰਟਿੰਗ ਪੁਆਇੰਟ ਦੀ ਗੱਲ ਕਰੀਏ ਤਾਂ ਇੱਕ ਨਾਮ ਹਮੇਸ਼ਾ ਯਾਦ ਰੱਖਣਾ ਹੈ, ਹੈਨਰੀ ਵਾਲਟਰ। ਇਹਨਾਂ ਨੂੰ ਫਾਦਰ ਆਫ ਦੀ ਇੰਡੀਅਨ ਸੈਂਸਸ ਮੰਨਿਆ ਜਾਂਦਾ ਹੈ। ਇਹ ਉਹ ਬੁਨਿਆਦ ਹੈ ਜਿੱਥੋਂ ਆਧੁਨਿਕ ਜਨਸੰਖਿਆ ਗਿਣਤੀ ਦੀ ਸ਼ੁਰੂਆਤ ਹੋਈ, ਸੋ ਇਹ ਨਾਮ ਟਿਪਸ ਤੇ ਹੋਣਾ ਚਾਹੀਦਾ। ਹੁਣ ਥੋੜਾ ਇਸ ਟਾਈਮਲਾਈਨ ਵੱਲ ਧਿਆਨ ਦਿੰਦੇ ਹਾਂ। ਇੱਥੇ ਤਿੰਨ ਬਹੁਤ ਹੀ ਕ੍ਰਿਟੀਕਲ ਹਿਸਟੋਰੀਕਲ ਮਾਈਲਸਟੋਨਸ ਨੇ। 1872 ਵਿੱਚ ਲਾਰਡ ਮੇਓ ਦੇ ਅੰਡਰ ਭਾਰਤ ਦੀ ਫਰਸਟ ਸੈਂਸਸ ਕਰਵਾਈ ਗਈ ਸੀ। ਫਿਰ 1881 ਆਉਂਦਾ ਜਦੋਂ ਲਾਰਡ ਰਿਪਨ ਦੇ ਅੰਡਰ ਫਰਸਟ ਰੈਗੂਲਰ ਜਾਂ ਕਹਿ ਲਓ ਸਾਇੰਟੀਫਿਕ ਸੈਂਸਸ ਸ਼ੁਰੂ ਹੋਈ, ਅਤੇ ਤੀਜਾ 1921 ਜਿਸ ਨੂੰ ਈਅਰ ਆਫ ਗ੍ਰੇਟ ਡਿਵਾਈਡ ਕਿਹਾ ਜਾਂਦਾ ਹੈ। ਇਹ ਹਿਸਟਰੀ ਦੇ ਉਹ ਸਾਲ ਨੇ ਜੋ ਵਾਰ-ਵਾਰ ਪੇਪਰਾਂ ਵਿੱਚ ਪੁੱਛੇ ਜਾਂਦੇ ਨੇ। ਚਲੋ ਹੁਣ ਅੱਗੇ ਵਧਦੇ ਹਾਂ। ਆਖਿਰ ਕਨਸਟੀਟਿਊਸ਼ਨ ਇਸ ਬਾਰੇ ਕੀ ਕਹਿੰਦਾ ਹੈ? ਲੈਟਸ ਚੈੱਕ ਆਊਟ ਦੀ ਕਨਸਟੀਟਿਊਸ਼ਨਲ ਐਂਡ ਲੀਗਲ ਫਰੇਮਵਰਕ। ਸੰਵਿਧਾਨ ਦੇ ਦੋ ਬਹੁਤ ਹੀ ਇੰਪੋਰਟੈਂਟ ਆਰਟੀਕਲਸ ਨੇ ਜੋ ਐਬਸੋਲੂਟਲੀ ਕ੍ਰੂਸ਼ਲ ਨੇ। ਆਰਟੀਕਲ 246 ਸਾਨੂੰ ਦੱਸਦਾ ਹੈ ਕਿ ਪੋਪੂਲੇਸ਼ਨ ਸੈਂਸਸ ਇੱਕ ਯੂਨੀਅਨ ਲਿਸਟ ਦਾ ਸਬਜੈਕਟ ਹੈ, ਮਤਲਬ ਇਹ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ। ਦੂਜਾ ਹੈ ਆਰਟੀਕਲ 82 ਜੋ ਹਰ ਸੈਂਸਸ ਤੋਂ ਬਾਅਦ ਸੀਟਾਂ ਦੀ ਰੀਡਿਸਟ੍ਰੀਬਿਊਸ਼ਨ ਨਾਲ ਡੀਲ ਕਰਦਾ ਹੈ। ਐਸਪੀਰੈਂਟਸ ਲਈ ਇਹ ਦੋਵੇਂ ਆਰਟੀਕਲਸ ਮਸਟ ਮੈਮੋਰਾਈਜ਼ ਫੈਕਟਸ ਨੇ, ਬਿਲਕੁਲ ਨਹੀਂ ਭੁੱਲਣੇ। ਜੇਕਰ ਐਡਮਿਨਿਸਟ੍ਰੇਟਿਵ ਅਥਾਰਟੀ ਯਾਨੀ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਇਹ ਕੰਮ ਕੌਣ ਕਰਵਾਉਂਦਾ ਹੈ? ਮਿਨਿਸਟਰੀ ਆਫ ਹੋਮ ਅਫੇਅਰਸ ਯਾਨੀ ਸਾਡਾ ਗ੍ਰਹਿ ਮੰਤਰਾਲਾ। ਇਹ ਸਾਰਾ ਕੰਮ ਸੈਂਸਸ ਐਕਟ 1948 ਦੇ ਤਹਿਤ ਹੁੰਦਾ ਹੈ। ਔਰ ਇੱਕ ਬਹੁਤ ਹੀ ਇੰਪੋਰਟੈਂਟ ਨਾਮ ਸਾਡੇ ਮੌਜੂਦਾ ਰਜਿਸਟਰਾਰ ਜਨਰਲ ਅਤੇ ਸੈਂਸਸ ਕਮਿਸ਼ਨਰ ਕੌਣ ਨੇ? ਸ਼੍ਰੀ ਮ੍ਰਿਤਯੁੰਜੈ ਕੁਮਾਰ ਨਾਰਾਇਣ। ਇਹ ਐਗਜ਼ੈਕਟ ਡਿਟੇਲਸ ਤੁਹਾਡੇ ਜ਼ਿਹਨ ਵਿੱਚ ਫਿੱਟ ਹੋਣੇ ਚਾਹੀਦੇ ਨੇ। Now what's really interesting about this slide is ਕਿ 2027 ਦੀ ਮਰਦਮਸ਼ੁਮਾਰੀ ਵਿੱਚ ਇੰਨਾ ਖਾਸ ਕੀ ਹੈ? ਆਓ ਦੇਖਦੇ ਹਾਂ ਇਸ ਦੀਆਂ ਹਾਈਲਾਈਟਸ। ਨੰਬਰਸ ਹਮੇਸ਼ਾ ਜ਼ਰੂਰੀ ਹੁੰਦੇ ਨੇ। ਜੇ ਆਪਾਂ ਓਵਰਆਲ ਗਿਣਤੀ ਕਰੀਏ ਤਾਂ ਇਹ ਭਾਰਤ ਦੀ 16th ਓਵਰਆਲ ਸੈਂਸਸ ਹੋਣ ਜਾ ਰਹੀ ਹੈ। ਪਰ ਜੇ ਆਪਾਂ 1947 ਯਾਨੀ ਆਜ਼ਾਦੀ ਤੋਂ ਬਾਅਦ ਦੀ ਗੱਲ ਕਰਦੇ ਹਾਂ ਤਾਂ ਇਹ 8th ਸੈਂਸਸ ਹੈ। ਇਹਨਾਂ ਨੰਬਰਸ ਵਿੱਚ ਅਕਸਰ ਕਨਫਿਊਜ਼ਨ ਹੋ ਜਾਂਦੀ ਹੈ, ਸੋ ਮੇਕ ਸ਼ੋਰ ਤੁਸੀਂ ਇਹਨਾਂ ਨੂੰ ਕਲੀਅਰ ਰੱਖੋ। ਇਹ ਇੱਕ ਰੀਅਲ ਗੇਮ ਚੇਂਜਰ ਹੈ। 2027 ਦੀ ਇਹ ਸੈਂਸਸ ਭਾਰਤ ਦੀ ਫਰਸਟ ਡਿਜੀਟਲ ਸੈਂਸਸ ਹੋਣ ਜਾ ਰਹੀ ਹੈ। ਸਾਰਾ ਡਾਟਾ ਇੱਕ ਡੈਡੀਕੇਟਿਡ ਮੋਬਾਈਲ ਐਪ ਅਤੇ ਆਫੀਸ਼ੀਅਲ ਪੋਰਟਲ censusindia.gov.in ਰਾਹੀਂ ਕਲੈਕਟ ਹੋਵੇਗਾ। ਔਰ ਦੂਜੀ ਸਭ ਤੋਂ ਇਤਿਹਾਸਿਕ ਗੱਲ, 1931 ਤੋਂ ਬਾਅਦ ਪਹਿਲੀ ਵਾਰ SC ਅਤੇ ST ਤੋਂ ਇਲਾਵਾ ਬਾਕੀ ਕਾਸਟਸ ਲਈ ਵੀ ਕਾਸਟ ਬੇਸਡ ਡੇਟਾ ਕਲੈਕਟ ਕੀਤਾ ਜਾਵੇਗਾ। ਇੱਕ ਬਿਲਕੁਲ ਨਵਾਂ ਕਨਸੈਪਟ ਜੋ ਇਸ ਵਾਰ ਐਡ ਹੋਇਆ ਹੈ ਉਹ ਹੈ ਸੈਲਫ ਇਨਿਊਮਰੇਸ਼ਨ ਯਾਨੀ ਸਵੈ ਗਣਨਾ। ਇਸ ਦਾ ਸਿੰਪਲ ਜਿਹਾ ਮਤਲਬ ਹੈ ਕਿ ਹੁਣ ਨਾਗਰਿਕ ਖੁਦ ਗਵਰਨਮੈਂਟ ਪੋਰਟਲ ਤੇ ਜਾ ਕੇ ਆਪਣੀ ਫੈਮਿਲੀ ਦੀ ਡਿਟੇਲਸ ਐਂਟਰ ਕਰ ਸਕਦੇ ਨੇ। ਇਹ ਲੋਕਾਂ ਨੂੰ ਸਿੱਧਾ ਐਮਪਾਵਰ ਕਰਨ ਦਾ ਇੱਕ ਬਹੁਤ ਵੱਡਾ ਡਿਜੀਟਲ ਕਦਮ ਹੈ। ਲੈਟਸ ਮੂਵ ਟੂ ਐਂਡ ਸੀ ਹਾਊ ਦਿਸ ਬਿਲਡਸ। ਆਖਿਰ ਇਹ ਏਡਾ ਵੱਡਾ ਕੰਮ ਕਦੋਂ ਅਤੇ ਕਿਵੇਂ ਮੁਕੰਮਲ ਹੋਵੇਗਾ? ਇਹ ਪੂਰਾ ਮੈਗਾ ਪ੍ਰੋਜੈਕਟ ਦੋ ਫੇਜ਼ਸ ਵਿੱਚ ਡਿਵਾਈਡਡ ਹੈ। ਫੇਜ਼ 1 ਜਿਸ ਵਿੱਚ ਹਾਊਸ ਲਿਸਟਿੰਗ ਅਤੇ ਹਾਊਸਿੰਗ ਸੈਂਸਸ ਹੋਵੇਗਾ, ਇਹ 1 ਅਪ੍ਰੈਲ ਤੋਂ 30 ਸਤੰਬਰ 2026 ਤੱਕ ਚੱਲੇਗਾ। ਫਿਰ ਆਵੇਗਾ ਫੇਜ਼ 2 ਜਿਸ ਵਿੱਚ ਪੋਪੂਲੇਸ਼ਨ ਇਨੂਮਰੇਸ਼ਨ ਯਾਨੀ ਅਸਲ ਆਬਾਦੀ ਦੀ ਗਿਣਤੀ ਹੋਵੇਗੀ। ਇਹ 1 ਫਰਵਰੀ 2027 ਤੋਂ ਸ਼ੁਰੂ ਹੋਵੇਗੀ। ਇਹ ਐਗਜ਼ੈਕਟ ਡੇਟਸ ਚੰਗੀ ਤਰ੍ਹਾਂ ਨੋਟ ਕਰ ਲਓ। ਇੱਥੇ ਇੱਕ ਬਹੁਤ ਹੀ ਕਲੀਅਰ ਕੰਟਰਾਸਟ ਦੇਖਣਾ ਬਣਦਾ ਹੈ। ਜਿਹੜੇ ਸਾਡੇ ਜਨਰਲ ਏਰੀਆਜ਼ ਨੇ ਉਹਨਾਂ ਲਈ ਆਫੀਸ਼ੀਅਲ ਰੈਫਰੈਂਸ ਡੇਟ 1 ਮਾਰਚ 2027 ਦੀ ਅੱਧੀ ਰਾਤ ਯਾਨੀ ਮਿਡਨਾਈਟ ਰੱਖੀ ਗਈ ਹੈ। ਪਰ ਜਿਹੜੇ ਸਨੋ ਬਾਉਂਡ ਰੀਜਨਸ ਨੇ ਜਿਵੇਂ JNK ਅਤੇ ਲੱਦਾਖ, ਉੱਥੇ ਬਰਫ਼ਬਾਰੀ ਕਰਕੇ ਇਹ ਕੰਮ ਪਹਿਲਾਂ ਕਰਨਾ ਪੈਂਦਾ ਹੈ, ਸੋ ਉਹਨਾਂ ਇਲਾਕਿਆਂ ਲਈ ਰੈਫਰੈਂਸ ਡੇਟ 1 ਅਕਤੂਬਰ 2026 ਤੈਅ ਕੀਤੀ ਗਈ ਹੈ। ਫਾਈਨਲੀ ਆਪਾਂ ਆਪਣੇ ਆਖਰੀ ਸੈਕਸ਼ਨ ਵੱਲ ਪਹੁੰਚ ਗਏ ਹਾਂ। ਆਓ ਦੇਖਦੇ ਹਾਂ ਸੈਂਸਸ ਐਡਮਿਨਿਸਟ੍ਰੇਸ਼ਨ ਅਤੇ ਇਸ ਦੇ ਆਫੀਸ਼ੀਅਲ ਸਿੰਬਲਸ ਬਾਰੇ। ਸੋ ਦ ਕ੍ਰੂਸ਼ਲ ਪੁਆਇੰਟ ਇਜ਼ ਬਜਟ। ਇਸ ਪੂਰੀ ਇਤਿਹਾਸਿਕ ਐਕਸਰਸਾਈਜ਼ ਨੂੰ ਕੰਡਕਟ ਕਰਨ ਲਈ ਸਰਕਾਰ ਨੇ 11,782.4 ਕਰੋੜ ਰੁਪਏ ਦਾ ਐਸਟੀਮੇਟਡ ਬਜਟ ਅਪਰੂਵ ਕੀਤਾ ਹੈ। ਲਗਭਗ 11,800 ਕਰੋੜ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਆਪਰੇਸ਼ਨ ਕਿੰਨੇ ਵੱਡੇ ਪੱਧਰ ਤੇ ਕੰਮ ਕਰ ਰਿਹਾ ਹੈ।
ਭਾਰਤ ਵਰਗੇ ਵਿਸ਼ਾਲ ਦੇਸ਼ ਵਿੱਚ ਲਿੰਗੁਇਸਟਿਕ ਡਾਈਵਰਸਿਟੀ ਬਹੁਤ ਵੱਡੀ ਚੀਜ਼ ਹੈ। ਇਸੇ ਲਈ ਇਹ ਮਰਦਮਸ਼ੁਮਾਰੀ ਸਿਰਫ 1-2 ਨਹੀਂ ਬਲਕਿ ਪੂਰੀਆਂ 16 ਭਾਸ਼ਾਵਾਂ ਵਿੱਚ ਕਰਵਾਈ ਜਾਵੇਗੀ ਤਾਂ ਜੋ ਦੇਸ਼ ਦੇ ਹਰ ਕੋਨੇ ਵਿੱਚ ਹਰ ਨਾਗਰਿਕ ਤੱਕ ਬਿਲਕੁਲ ਸਹੀ ਢੰਗ ਨਾਲ ਪਹੁੰਚ ਕੀਤੀ ਜਾ ਸਕੇ। ਹੁਣ ਗੱਲ ਕਰੀਏ ਸਿੰਬਲਸ ਦੀ। ਇਸ ਸੈਂਸਸ ਨੂੰ ਰਿਪਰੈਜ਼ੈਂਟ ਕਰਨ ਲਈ ਬ੍ਰਾਂਡ ਐਂਬੈਸੇਡਰ ਚੁਣੇ ਗਏ ਨੇ ਮਸ਼ਹੂਰ ਸੈਂਡ ਆਰਟਿਸਟ ਅਤੇ ਪਦਮਸ਼੍ਰੀ ਅਵਾਰਡੀ ਸੁਦਰਸ਼ਨ ਪਟਨਾਇਕ। ਔਰ ਇਸ ਦੇ ਆਫੀਸ਼ੀਅਲ ਮੈਸਕਟਸ ਕੌਣ ਨੇ? ਪ੍ਰਗਤੀ, ਜੋ ਇੱਕ ਫੀਮੇਲ ਐਨਿਊਮਰੇਟਰ ਨੂੰ ਦਰਸਾਉਂਦੀ ਹੈ, ਅਤੇ ਵਿਕਾਸ, ਜੋ ਇੱਕ ਮੇਲ ਐਨਿਊਮਰੇਟਰ ਨੂੰ ਦਰਸਾਉਂਦਾ ਹੈ। ਇਹ ਨਾਮ ਐਗਜ਼ਾਮਸ ਲਈ ਬਹੁਤ ਰੈਲੇਵੈਂਟ ਨੇ। ਇਸ ਪੂਰੇ ਮਹਾਨ ਕਾਰਜ ਦਾ ਜੋ ਮੇਨ ਮੋਟੋ ਹੈ ਉਹ ਹੈ ਪਬਲਿਕ ਵੈਲਫੇਅਰ ਥਰੂ ਪਬਲਿਕ ਪਾਰਟਿਸਿਪੇਸ਼ਨ, ਜਿਸ ਨੂੰ ਹਿੰਦੀ ਵਿੱਚ ਕਿਹਾ ਗਿਆ ਹੈ ਜਨ ਭਾਗੀਦਾਰੀ ਸੇ ਜਨ ਕਲਿਆਣ। ਕਿਉਂਕਿ ਦੇਖੋ, ਆਮ ਲੋਕਾਂ ਦੇ ਸਾਥ ਅਤੇ ਭਾਗੀਦਾਰੀ ਤੋਂ ਬਿਨਾਂ ਐਡੀ ਵੱਡੀ ਗਿਣਤੀ ਪੂਰੀ ਕਰਨੀ ਬਿਲਕੁਲ ਅਸੰਭਵ ਹੈ। ਸੋ ਜਿਵੇਂ ਕਿ ਭਾਰਤ ਆਪਣੀ ਪਹਿਲੀ ਫੁੱਲੀ ਡਿਜੀਟਲ 2027 ਸੈਂਸਸ ਵੱਲ ਇੱਕ ਵੱਡਾ ਕਦਮ ਵਧਾ ਰਿਹਾ ਹੈ, ਇੱਕ ਬਹੁਤ ਵੱਡਾ ਸਵਾਲ ਸਾਹਮਣੇ ਆਉਂਦਾ ਹੈ। ਇਹ ਜੋ ਹਿਸਟੋਰਿਕ ਡੇਟਾ ਟ੍ਰਾਂਸਫਰਮੇਸ਼ਨ ਹੋ ਰਹੀ ਹੈ, ਇਹ ਸਾਡੇ ਦੇਸ਼ ਦੇ ਭਵਿੱਖ ਦੀਆਂ ਨੀਤੀਆਂ ਯਾਨੀ ਪਬਲਿਕ ਵੈਲਫੇਅਰ ਅਤੇ ਪਾਲਿਸੀ ਮੇਕਿੰਗ ਨੂੰ ਕਿਵੇਂ ਰੀਸ਼ੇਪ ਕਰੇਗੀ? ਇਸ ਬਾਰੇ ਜ਼ਰੂਰ ਸੋਚਿਓ। ਅੱਜ ਦੇ ਇਸ ਐਕਸਪਲੇਨਰ ਵਿੱਚ ਬਸ ਇੰਨਾ ਹੀ। ਕੀਪ ਲਰਨਿੰਗ।